ਰੋਵੋ ਨਾ। ਕਹਿੰਦੀ ਅੱਜ ਇਹ ਤੁਹਾਡੇ ਬਾਅਦ ਇੱਕ 2.5 ਮੀਟਰ ਕੱਪੜਾ। ਮੈਂ ਕਿਹਾ ਅੱਛਾ। ਮੈਨੂੰ ਪਤਾ ਵੀ ਇਹ ਮੈਂ ਕਿਹੜੇ ਸਕੂਲ 'ਚ ਸਿਲੈਕਟ ਹੋ ਕੇ ਕਿਵੇਂ ਲੈ ਕੇ ਆਈ ਹਾਂ ਕਿ ਵਾਕਈ ਇਹ ਆਪਣੀ ਬੇਟੀ ਨੂੰ ਕਿੰਨਾ ਪਿਆਰ ਕਰਦੇ ਸੀ ਤੇ ਉਹਦੀ ਕਿੰਨੀ ਘਾਟ ਮਹਿਸੂਸ ਹੋ ਰਹੀ ਹੈ ਪਰਿਵਾਰ ਦੇ ਵਿੱਚ। ਅੱਛੀ ਬਹੁਤ ਸੋਹਣੀ ਸੀ, ਸਾਰਿਆਂ ਨੂੰ ਚਾਹੁੰਦੀ ਸੀ, ਸਾਰਿਆਂ ਨੂੰ ਪਿਆਰ ਮੁਹੱਬਤ ਕਰਦੀ ਸੀ। ਉਸ ਟਾਈਮ ਕੁਝ ਸੂਝ ਹੀ ਨਹੀਂ ਰਿਹਾ ਸੀ ਵੀ ਕੀ ਹੋ ਰਿਹਾ। ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼। ਅਸੀਂ ਇਸ ਟਾਈਮ ਖੜੇ ਹਾਂ ਪਿੰਡ ਤੁੰਗਾ ਦੇ ਵਿੱਚ। ਤੁੰਗਾ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ। ਇੱਕ ਬੱਚੀ 14 ਸਾਲ ਦੀ ਜੋ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ, ਅਚਾਨਕ ਹੀ ਅਚਨਚੇਤ ਉਸ ਦੀ ਮੌਤ ਹੋ ਜਾਂਦੀ ਹੈ। ਉਸ ਨੂੰ ਚਿਕਨ ਫੌਕਸ ਨਾਮ ਦੀ ਬਿਮਾਰੀ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਵੱਡੀ ਮਾਤਾ ਵੀ ਕਹਿ ਦਿੰਦੇ ਹਾਂ, ਉਸ ਦੇ ਨਾਲ ਉਸ ਦੀ ਅਚਨਚੇਤ ਮੌਤ ਹੋ ਜਾਂਦੀ ਹੈ। ਡਾਕਟਰਾਂ ਨੂੰ ਵੀ ਛੇਤੀ ਸਮਝ 'ਚ ਨਹੀਂ ਆ ਰਿਹਾ ਹੁੰਦਾ ਵੀ ਇਹ ਕਿੱਦਾਂ ਹੋ ਰਿਹਾ ਹੈ। ਉਹਨਾਂ ਦੇ ਪਿਤਾ ਨੇ ਸ਼ਰਧਾਂਜਲੀ ਦੇ ਤੌਰ ਤੇ ਇੱਕ ਗੀਤ ਆਪਣੀ ਬੇਟੀ ਰੀਆ ਨੂੰ ਅਰਪਣ ਕੀਤਾ ਹੈ, ਜੋ ਇਸ ਦੁਨੀਆ ਤੇ ਨਹੀਂ ਰਹੀ। 14 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਬਿਮਾਰੀ ਦੇ ਕਾਰਨ। ਤੇ ਉਸ ਦੇ ਪਿਤਾ ਨੇ ਸ਼ਰਧਾਂਜਲੀ ਦੇ ਤੌਰ ਤੇ ਉਸ ਨੂੰ ਇੱਕ ਗੀਤ ਸਮਰਪਿਤ ਕੀਤਾ ਹੈ, ਜਿਸ ਦੀ ਅੱਜ ਰਿਲੀਜ਼ਿੰਗ ਹੋਣੀ ਹੈ। ਉਹ ਗੀਤ ਅੱਜ ਰਿਲੀਜ਼ ਕਰਿਆ ਜਾਣਾ ਹੈ। ਸ਼ਰਧਾਂਜਲੀ ਹਰ ਕੋਈ ਦਿੰਦਾ ਹੈ, ਹਰ ਇੱਕ ਦਾ ਵੱਖਰਾ ਵੱਖਰਾ ਢੰਗ ਹੁੰਦਾ ਹੈ ਸ਼ਰਧਾਂਜਲੀ ਦੇਣ ਦਾ, ਪਰ ਅਜਿਹਾ ਢੰਗ ਜਾਂ ਅਜਿਹੀ ਸੋਚ ਤੁਸੀਂ ਕਦੇ ਨਹੀਂ ਸੋਚੀ ਹੋਣੀ, ਕਿਉਂਕਿ ਜੋ ਇੱਕ ਪਿਤਾ ਦੇ ਦਿਲ ਵਿੱਚ ਆਪਣੀ ਬੇਟੀ ਨੂੰ ਲੈ ਕੇ ਪਿਆਰ ਹੁੰਦਾ ਹੈ, ਉਹ ਇਸ ਗੀਤ ਦੇ ਜ਼ਰੀਏ ਉਹਨਾਂ ਨੇ ਸਾਰਾ ਬਿਆਨ ਕਰ ਦਿੱਤਾ ਹੈ। ਤੇ ਇਸ ਗੀਤ ਦੇ ਵਿੱਚ ਉਹਨਾਂ ਨੇ ਸਾਰਾ ਆਪਦਾ ਜੋ ਦਰਦ ਸੀ ਅੰਦਰ, ਬੇਟੀ ਨੂੰ ਛੱਡ ਕੇ ਬੇਟੀ ਜੋ ਉਹਨਾਂ ਨੂੰ ਛੱਡ ਗਈ ਹੈ, ਉਸ ਦਾ ਜੋ ਵਿਛੋੜਾ ਸੀ, ਜੋ ਉਸ ਦਾ ਦਰਦ ਸੀ ਉਹਨਾਂ ਦੇ ਅੰਦਰ, ਉਹ ਸਾਰਾ ਇਸ ਗੀਤ ਦੇ ਰਾਹੀਂ ਹੀ ਉਹਨਾਂ ਨੇ ਬਾਹਰ ਕੱਢਿਆ ਹੈ। ਅੰਦਰ ਆਪਾਂ ਤੁਹਾਨੂੰ ਉਹਨਾਂ ਨੂੰ ਮਿਲਾਉਂਦੇ ਹਾਂ। ਇਹ ਸਾਰਾ ਪਰਿਵਾਰ ਉਹਨਾਂ ਦਾ ਖੜਾ ਹੈ, ਨਾਲ ਇੱਥੇ ਹੋਰ ਆਂਢ ਗੁਆਂਢ ਦੇ ਲੋਕ ਵੀ ਨੇ। ਤੋ ਇਹ ਗੀਤ ਦੇ ਰਚੇਤਾ ਨੇ ਜੋ ਉਹਨਾਂ ਦੇ ਪਿਤਾ ਜੀ, ਉਹ ਵੀ ਇੱਥੇ ਸਾਡੇ ਨਾਲ ਮੌਜੂਦ। ਅਵਤਾਰ ਸਿੰਘ ਜੀ, ਕੀ ਗੱਲ ਹੋਈ ਤੁਹਾਡੀ ਬੇਟੀ ਨੂੰ ਵੀ ਇੱਦਾਂ ਭਾਣਾ ਵਰਤਿਆ ਇਹ? ਸਰ ਜੀ ਉਹਨੂੰ 2 ਦਿਨ ਬਿਮਾਰ ਰਹੀ ਹੈ, ਉਹਨੂੰ ਚਿਕਨ ਬਾਕਸ ਹੋਇਆ ਸੀ। ਅੱਛਾ। ਤਾਂ ਇਹ ਜਦੋਂ ਸਵੇਰੇ ਉੱਠ ਕੇ ਉਹ ਮੇਰੇ ਲਵੇ, ਮੇਰੀ ਮਾਤਾ ਜੀ ਲਵੇ ਪੈਂਦੀ ਸੀ ਜੋ, ਤਾਂ ਉਹ ਕਹਿਣ ਲੱਗੀ ਪਾਪਾ ਦੇਖ ਮੇਰੇ ਮੱਥੇ 'ਤੇ ਕੀ ਆ, ਥੋੜ੍ਹੇ ਜਿਹੇ ਦਾਣਾ ਸੀ ਜਿਵੇਂ ਪਿੱਤ ਦਾਣਾ ਹੋਵੇ। ਮੈਂ ਕਿਹਾ ਜਿਵੇਂ ਆਪਾਂ ਮਜ਼ਾਕ 'ਚ ਕਹਿ ਦਿੰਦੇ ਹਾਂ ਵੀ 5-10 ਰੁਪਏ ਖਾਣ ਦੀ ਮਾਰੀ ਕਹਿੰਦੇ ਬੱਚਾ ਵੀ ਕੁਛ ਦਵੇਗਾ। ਉਹ ਕਹਿੰਦੇ ਪਾਪਾ ਇੱਦਾਂ ਦੀ ਕੋਈ ਗੱਲ ਨਹੀਂ, ਵੀ ਮੇਰੇ ਮੱਚੀ ਜਾਂਦਾ ਇਹ। ਉਹ ਜੋ ਘਰ ਵਾਲੇ ਨੇ ਦੂਸਰੇ ਨੂੰ ਵੱਡੇ ਪਰਿਵਾਰਾਂ ਨੂੰ ਦਿਖਾਇਆ ਸੀ ਨੇ, ਤਾਂ ਉਹ ਕਹਿਣ ਲੱਗੇ ਵੀ ਇਹ ਤਾਂ ਮਾਤਾ ਦੀ ਸ਼ਿਕਾਇਤ ਆ। ਅਤੇ ਉਹ ਪੰਡਿਤ ਜੀ ਦੇ ਸਾਡੇ ਇੱਕ ਜੀ, ਉਹਨੂੰ ਹਥੌਲਾ ਵੀ ਪਾਇਆ ਅਤੇ ਅਸੀਂ ਸਿਰੋਂ ਦਵਾਈ ਵੀ ਦਵਾਈ ਜੀ। ਅਤੇ ਯਾਨੀ ਕਿ ਸ਼ਾਮ ਤੱਕ ਉਹ ਵਧੀਆ ਬੋਲਦੇ ਰਹੇ ਨੇ, ਕੋਈ ਐਸੀ ਗੱਲ ਨਹੀਂ ਜੀ। ਅਤੇ ਦੂਜੇ ਦਿਨ ਫਿਰ ਅਸੀਂ ਲੈ ਗਏ ਉਹਨੂੰ, ਅਤੇ ਉਹ ਕਹਿੰਦੇ ਵੀ ਨਹੀਂ ਵੀ ਠੀਕ ਹੈ, ਕੋਈ ਏਡੀ ਵੀ ਬੱਚਾ ਕਮਜ਼ੋਰ ਕਰਕੇ ਮਹਿਸੂਸ ਕਰਦਾ ਵੀ ਜ਼ਿਆਦਾ। ਤਾਂ ਹੀ ਜਦੋਂ ਅਸੀਂ ਉਰੋਂ ਪਿੰਡੋਂ ਉਹਨੂੰ GT ਰੋਡ 'ਤੇ ਲੈ ਗਏ ਗੱਡੀ 'ਚ ਪਾ ਕੇ, ਤਾਂ ਉਹਨੇ ਮੈਨੂੰ ਇੱਕ ਇਸ਼ਾਰਾ ਕੀਤਾ ਜੀ ਪਾਪਾ ਮੈਨੂੰ ਕਾਲਾ ਕਾਲਾ ਦਿਖ ਰਿਹਾ ਸਾਰਾ। ਅਸੀਂ ਇਹ ਮੈਨ 'ਚ ਰਹੇ ਵੀ ਯਾਰ ਇਹਨੂੰ ਨਾ ਮਤਲਬ ਕਿ ਵੀ ਕਮਜ਼ੋਰੀ ਬੱਚਾ ਹੁਣ ਅੱਖਾਂ 'ਤੇ ਜ਼ਖਮ ਨੇ, ਉਹਦੇ ਕਰਕੇ ਖਿੱਚ ਪੈ ਰਹੀ ਇਹਨੂੰ ਵੀ। ਪਰ ਫਿਰ ਵੀ ਕੋਈ ਐਡੀ ਉਹ ਨਹੀਂ ਸੀ, ਮਤਲਬ ਕਿ ਮਰਨ ਵਾਲਾ ਆਪਾਂ ਕਹਿ ਦਈਏ, ਜਿਵੇਂ ਵਧੀਆ ਬੋਲਦੀ ਰਹੀ ਆ। ਸ਼ਾਮ ਨੂੰ ਆਏ ਅਤੇ ਪੜ੍ਹਾਈ ਵੀ ਕੀਤੀ ਆ। ਉਦੋਂ ਬਾਅਦ ਅਸੀਂ ਡਾਕਟਰ ਨੂੰ ਕਹਿਣ ਲੱਗੇ ਵੀ ਇਹਨੂੰ ਰੋਟੀ ਨਹੀਂ ਦੇਣੀ, ਅਤੇ ਅਸੀਂ ਅੰਗੂਰ ਲੈਤੇ, ਅਤੇ ਅੰਗੂਰ ਦੇ ਵਿੱਚ ਮਤਲਬ ਕਿ ਉਹਨੇ ਕਿਹਾ ਵੀ ਪਾਪਾ ਅੰਗੂਰ, ਮੈਂ ਕਿਹਾ ਖਾਣਾ ਕੋਈ? ਪਾਪਾ ਨਹੀਂ, ਘਰ ਜਾ ਕੇ ਖਾਊਂਗਾ। ਤਾਂ ਜੀ ਉਹ ਉਸ ਤੋਂ ਬਾਅਦ ਉਹਨੂੰ ਮੈਂ ਕੌਲੀ 'ਚ ਪਾ ਕੇ ਅੰਗੂਰ ਦਿੱਤੇ। ਸਿਰਫ ਉਹਨੇ ਗਿਣਵਾ ਇੱਕੇ ਚੱਕਿਆ ਜੀ, ਦੂਜਾ ਨਹੀਂ ਚੱਕਿਆ ਜੀ। ਉਹ ਵੀ ਉਹ ਉਛਲ ਗਈ। ਉਦੋਂ ਬਾਅਦ ਫਿਰ ਉਹ ਹੌਲੀ ਹੌਲੀ ਜਿਵੇਂ ਮੇਰੇ ਨਾਲ ਥੋੜ੍ਹਾ ਜਿਹਾ ਵੱਧ ਗਰੋਹ ਰੱਖਦੀ ਸੀ ਉਹ, ਤਾਂ ਉਹ ਮੈਨੂੰ ਜਦੋਂ ਜਿੱਦ ਕਰਿਆ ਕਰੇ, ਬੋਲਿਆ ਕਰੇ ਵੀ ਪਾਪਾ ਮੈਂ ਬਾਥਰੂਮ ਕਰਨਾ, ਮੈਨੂੰ ਗੋਦੀ ਚੱਕ ਕੇ ਲੈ ਕੇ ਜਾ। ਤਾਂ ਮੈਂ ਉਹਨੂੰ 3 ਵਾਰ ਲੈ ਗਿਆ ਜੀ ਆਪ। ਅਤੇ ਅੱਗੇ ਮੇਰੇ ਮੈਸੇਜ ਹੁੰਦੀ ਘਰ ਵਾਲੀ, ਉਹ ਮਤਲਬ ਕਿ ਉਹਦਾ ਬਚਾਅ ਕਰਾ ਕੇ ਮੈਨੂੰ ਫਿਰ ਕਹਿੰਦੇ ਵੀ ਪਾਪਾ ਚੱਕ ਹੁਣ ਮੈਨੂੰ। ਜਦੋਂ ਜੋ ਲਾਸਟ ਸਟੇਜ 'ਤੇ ਜਾ ਕੇ ਮਰਨ ਲੱਗੀ ਆ, ਉਦੋਂ ਵੀ ਉਹਦੀ ਆਵਾਜ਼ ਨਹੀਂ ਕੰਮੀ, ਕੋਈ ਉਹਨੇ ਚਾਂਕ ਨਹੀਂ ਮਾਰੀ। ਉਹਨੇ ਮੈਨੂੰ ਇੱਕ ਵਾਰ ਕਿਹਾ, ਉਰੀ ਪੈ ਗਈ ਸੀ, 2:45 ਦੇ ਟਾਈਮ ਸੀ, ਵੀ ਪਾਪਾ। ਮੈਂ ਕਿਹਾ ਹਾਂ ਦੱਸ। ਕਹਿੰਦੀ ਮੇਰੇ ਲਵੇ ਬਹਿ ਜਾ। ਮੈਂ ਉਹੀ ਟੇਢਾ ਜਿਹਾ ਹੋ ਗਿਆ, ਆਵੇਂ ਜਿਵੇਂ ਆਪਾਂ ਕਿਸੇ 'ਤੇ ਜਾ ਕੇ ਬੈੱਡ 'ਤੇ ਜਾਂ ਸੋਫੇ 'ਤੇ ਟੇਢੇ ਹੋ ਜਾਈਏ। ਤਾਂ ਉਹ ਕਹਿੰਦੀ ਪਾਪਾ ਇੱਦਾਂ ਨਹੀਂ, ਮੇਰੇ ਨਾਲ ਪਏ। ਬਸ ਮੈਂ ਮਾੜਾ ਜਿਹਾ ਲਵੇ ਲੱਗਿਆ, ਨਾਲ ਦੀ ਨਾਲ ਉਹਦੇ ਸਰੀਰ ਜਾਨ ਨਿਕਲਿਆ ਜੀ। ਇੱਕ ਪਿਤਾ ਹੋਣ ਦੇ ਨਾਂ 'ਤੇ ਜਦੋਂ ਕੋਈ ਬੱਚਾ ਛੋਟੀ ਉਮਰ ਦੇ ਵਿੱਚ ਤੁਰ ਜਾਂਦਾ ਹੈ, ਕਿਉਂਕਿ ਬਹੁਤ ਪਿਤਾ ਹੋਣ ਦੇ ਨਾਂ 'ਤੇ ਤੁਸੀਂ ਬਹੁਤ ਸੁਪਨੇ ਸਜੋਏ ਹੋਣਗੇ, ਵੱਡੀ ਹੋ ਕੇ ਬੇਟੀ ਨੂੰ ਮੈਂ ਆਹ ਕਰਾਵਾਂਗਾ, ਜਾਂ ਇਹ ਪੜ੍ਹਾਵਾਂਗਾ, ਜਾਂ ਇੰਨਾ ਪੜ੍ਹਾਵਾਂਗਾ। ਉਹ ਸੁਪਨੇ ਉਦੋਂ ਧਰੇ ਦੇ ਧਰਾਏ ਰਹਿ ਜਾਂਦੇ ਹਨ ਜਦੋਂ ਬੱਚਾ ਇੱਕ ਦੁਨੀਆ ਤੋਂ ਤੁਰ ਜਾਂਦਾ ਹੈ। ਤੁਹਾਡੀ ਬੇਟੀ ਤੁਰ ਗਈ ਅਤੇ ਤੁਸੀਂ ਉਸ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਇੱਕ ਗੀਤ ਲਿਖਿਆ ਹੈ।
ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਗੁਬਾਰ ਆਇਆ ਵੀ ਇਹ ਮੈਂ ਗੀਤ ਦੇ ਜ਼ਰੀਏ ਬਾਹਰ ਕੱਢਾਂ? ਕਿਉਂਕਿ ਸ਼ਰਧਾਂਜਲੀ ਦੇਣ ਦੇ ਹੋਰ ਬਹੁਤ ਤਰੀਕੇ ਹੁੰਦੇ ਨੇ, ਪਰ ਤੁਸੀਂ ਸਭ ਤੋਂ ਵੱਖਰਾ ਤਰੀਕਾ ਅਪਣਾਇਆ ਹੈ। ਕਿਉਂਕਿ ਜੋ ਤੁਸੀਂ ਤਰੀਕਾ ਅਪਣਾਇਆ ਹੈ ਉਹ ਹਰ ਇੱਕ ਦੇ ਘਰ ਦੀ ਕਹਾਣੀ ਵੀ ਹੋ ਸਕਦੀ ਹੈ, ਕਿਉਂਕਿ ਹੋਰ ਵੀ ਬਹੁਤ ਬੱਚੀਆਂ ਇਸ ਦੁਨੀਆ ਤੋਂ ਅਲਵਿਦਾ ਕਹਿ ਗਈਆਂ ਨੇ ਛੋਟੀ ਉਮਰ ਦੇ ਵਿੱਚ। ਉਹ ਵੀ ਗੀਤ ਸੁਣ ਕੇ ਆਪਦੀ ਬੇਟੀ ਨੂੰ ਕਿਤੇ ਨਾ ਕਿਤੇ ਅੰਜਲੀ ਮਹਿਸੂਸ ਕਰਨਗੇ ਵੀ ਕਿਤੇ ਨਾ ਕਿਤੇ ਜੇ ਸਾਡੀ ਬੇਟੀ ਹੁੰਦੀ ਤਾਂ ਸਾਡੀਆਂ ਵੀ ਇਹੀ ਭਾਵਨਾਵਾਂ ਹੁੰਦੀਆਂ ਜੋ ਤੁਸੀਂ ਗੀਤ ਰਾਹੀਂ ਬਾਹਰ ਕੱਢੀਆਂ ਨੇ। ਤੁਹਾਡੇ ਮਨ ਦੇ ਵਿੱਚ ਕਿੱਦਾਂ ਇਹ ਖਿਆਲ ਆਇਆ ਵੀ ਮੈਂ ਸ਼ਰਧਾਂਜਲੀ ਗੀਤ ਦੇ ਜ਼ਰੀਏ ਆਪਦੀ ਬੇਟੀ ਨੂੰ ਦੇਵਾਂ? ਸਰ ਦੇਖੋ, ਜਦੋਂ ਉਹਦਾ ਭੋਗ ਪਿਆ ਜੀ ਤਾਂ ਮਤਲਬ ਕਿ ਵੀ ਸਾਡੇ ਮੇਰੇ ਮਾਸੀ ਜੀ ਆ, ਉਹ ਭੋਗ ਤੋਂ ਮੇਰੇ ਅੱਜ ਵੀ ਯਾਦ ਆ ਵੀ ਮੰਗਲਵਾਰ ਦਾ ਦਿਨ ਸੀਗਾ। ਉਹ ਤਕਰੀਬਨ ਮੇਰੇ ਲਈ ਆਈ, ਅਸੀਂ ਉਹਨੂੰ ਮਾਸੀ ਵੀ ਤੇ ਮਾਂ ਵੀ ਜਾਂ ਬੇਬੇ ਵੀ ਕਹਿੰਦੇ ਨੇ ਪੰਜਾਬੀ ਲਾਭ 'ਚ ਅਸੀਂ, ਸਾਡਾ ਕੋਈ ਉਹਦੇ ਨਾਲ ਫਰਕ ਨਹੀਂ ਸੀ। ਉਹ ਜਦੋਂ ਆ ਕੇ ਮੇਰੇ ਘਰ ਵਾਲੇ ਉਹਨੂੰ ਚਾਹ ਦਿੱਤੀ, ਜਦੋਂ ਉਹ ਸਾਡੇ ਘਰ ਆ ਕੇ ਬੈਠੀ ਤੇ ਜਦੋਂ ਚਾਹ ਪੀਂਦੀ ਹੋ ਰਹੀ ਕਿ ਜਿਵੇਂ ਆਪਾਂ ਕਹਦੇ ਵੀ ਅਫਸੋਸ ਵਾਲੀ ਗੱਲ ਕੱਢੀ ਉਹਨੇ ਪਰਚੋਂ, ਤਾਂ ਉਹ ਕਹਿਣ ਲੱਗੀ ਸਾਰੇ ਦਿੰਦੇ ਨੇ, ਉਹ ਪੁੱਤਰੀ ਨਹੀਂ ਦਿੰਦੀ ਹੈਗੀ। ਤਾਂ ਮੈਨੂੰ ਉਸ ਪੱਧਰ 'ਤੇ ਮੈਟਰ ਮਿਲਿਆ ਵੀ ਯਾਰ ਇਹ ਕਹਾਣੀ ਨੂੰ ਥੋੜ੍ਹਾ ਜਿਹਾ ਵਧਾ ਕੇ ਜਿਹਨੂੰ ਭੁੱਬ ਜਾਂ ਬਾਪ ਦਾ ਦਰਜਾ ਦਿੱਤਾ ਜਾਵੇ, ਵੀ ਮੈਂ ਇਹਨੂੰ ਵਧੀਆ ਕਲਮ ਨਾਲ ਬਣਾ ਕੇ ਇਹਨੂੰ ਤਿਆਰ ਪੇਸ਼ ਕਰਾਂਗੀ। ਦੇਖਿਆ ਤੁਸੀਂ ਜਿਵੇਂ ਇੱਕ ਪਿਤਾ ਦਾ ਜੋ ਦਰਦ ਹੁੰਦਾ ਹੈ, ਦਰਦ ਕੱਢਣ ਦੇ ਕਈ ਤਰੀਕੇ ਹੁੰਦੇ ਨੇ, ਦੁੱਖ ਜ਼ਾਹਰ ਕਰਨ ਦੇ ਕਈ ਤਰੀਕੇ ਹੁੰਦੇ ਨੇ, ਪਰ ਇਹਨਾਂ ਨੇ ਗੀਤ ਦੇ ਤੌਰ ਤੇ ਜੋ ਆਪਦੇ ਅੰਦਰ ਦੁੱਖ ਸੀ ਇਹਨਾਂ ਦੇ ਉਹ ਜ਼ਾਹਿਰ ਕੀਤਾ ਹੈ। ਅੱਜ ਗੀਤ ਦੀ ਰਿਲੀਜ਼ਿੰਗ ਹੈ, ਇਹ ਗੁੜੀਆ ਦਾ ਤੁਸੀਂ ਦੇਖ ਸਕਦੇ ਹੋ। ਇੱਧਰ ਰੀਆ ਕੌਰ ਦਾ ਪੋਸਟਰ ਲੱਗਿਆ ਹੋਇਆ ਹੈ, ਜੋ ਇਹਨਾਂ ਦੇ ਗੀਤ ਦਾ ਟਾਈਟਲ ਹੈ ਪੁੱਤਰੀ ਕਿਉਂ ਪਾਇਆ ਵਿਛੋੜਾ, ਇਹਨਾਂ ਦੇ ਗੀਤ ਦਾ ਟਾਈਟਲ ਹੈ, ਦੇਖ ਸਕਦੇ ਹੋ। ਸਾਡਾ ਦਰਦ ਦੇ ਨਾਲ ਇਹਨਾਂ ਨੇ ਇਹ ਗੀਤ ਲਿਖਿਆ ਹੈ, ਉਸੇ ਦਰਦ ਦੇ ਨਾਲ ਇਹ ਗੀਤ ਕਰਨਵੀਰ ਸਿੰਘ ਜੋ ਕਿ ਪਿੰਡ ਲੱਡੇ ਦੇ ਨੇ ਉਹਨਾਂ ਨੇ ਗਾਇਆ ਹੈ, ਬਹੁਤ ਹੀ ਦਰਦ ਭਰੀ ਆਵਾਜ਼ ਦੇ ਵਿੱਚ। ਤੁਸੀਂ ਵੀ ਇਹ ਗੀਤ ਸੁਣਿਓ ਜ਼ਰੂਰ, ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਇੱਕ ਪਿਓ ਤੋਂ ਉਹਦਾ ਛੋਟਾ ਬੱਚਾ ਵਿਛੜਦਾ ਹੈ ਤਾਂ ਉਹਨੂੰ ਕੀ ਦੁੱਖ ਹੁੰਦਾ ਹੈ, ਕਿਸ ਤਰ੍ਹਾਂ ਦੀਆਂ ਭਾਵਨਾਵਾਂ ਦੇ ਵਿੱਚੋਂ ਉਹ ਗੁਜ਼ਰਦਾ ਹੈ। ਗੱਲ ਕਰਵਾਉਂਦੇ ਹਾਂ ਕਰਨਵੀਰ ਸਿੰਘ ਦੇ ਨਾਲ ਜੋ ਇਸ ਗੀਤ ਦੇ ਗਾਇਕ ਨੇ ਜਿਨ੍ਹਾਂ ਨੇ ਇਹ ਗੀਤ ਗਾਇਆ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕਰਨਵੀਰ ਸਿੰਘ ਜੀ, ਇੱਕ ਪਿਤਾ ਹੋਣ ਦੇ ਨਾਂ 'ਤੇ ਇਹਨਾਂ ਨੇ ਆਪਦੀ ਬੇਟੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਤੇ ਤੁਸੀਂ ਉਹ ਗਾਇਆ। ਕਿਤੇ ਨਾ ਕਿਤੇ ਤੁਸੀਂ ਗਾਇਕੋਂ ਗੀਤ ਗਾਉਂਦੇ ਰਹਿੰਦੇ ਹੋ, ਉਹ ਗੀਤ ਦੇ ਵਿੱਚ ਤੁਹਾਨੂੰ ਇੱਦਾਂ ਨਹੀਂ ਲੱਗਿਆ ਵੀ ਪਿਤਾ ਦਾ ਸੱਚੀਓ ਦੁੱਖ ਨਿਕਲ ਕੇ ਬਾਹਰ ਆ ਰਿਹਾ ਹੈ ਜੋ ਉਸ 'ਤੇ ਬੀਤ ਰਹੀ ਹੈ, ਉਸਨੇ ਇਹ ਗੀਤ ਦੇ ਵਿੱਚ ਲਿਖਿਆ ਹੈ? ਐਕਚੁਅਲੀ ਜਦੋਂ ਇਹਨਾਂ ਦੀ ਬੇਟੀ ਦੀ ਡੈਥ ਹੋਈ ਹੈ, ਮੈਂ ਉਦੋਂ ਤੋਂ ਹੀ ਇਹਨਾਂ ਨਾਲ ਜੁੜਿਆ ਹੋਇਆ ਸੀਗਾ, ਅਤੇ ਜਦ ਵੀ ਇਹ ਗੱਲਾਂ ਕਰਦੇ ਸੀ ਪਰਿਵਾਰ ਦੀਆਂ ਤਾਂ ਬੜਾ ਮੈਨੂੰ ਇਹਨਾਂ ਦੇ ਸ਼ਬਦਾਂ ਵਿੱਚ ਵੀ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਸੀ ਕਿ ਪਰਿਵਾਰ ਦੇ ਵਿੱਚ ਇੱਕ ਕਾਫੀ ਵੱਡੀ ਭਾਣਾ ਵਰਤਿਆ ਗਾ, ਕੋਈ ਕਹਿਟ ਹੈਗਾ। ਲੇਕਿਨ ਮੈਂ ਹੈਰਾਨ ਹੋਇਆ ਵੀ ਉਹ ਇਹਨਾਂ ਦੇ ਅੰਦਰੋਂ ਨਿਕਲ ਨਹੀਂ ਰਿਹਾ ਸੀ, ਕੁਛ ਅੰਦਰ ਇਹਨਾਂ ਦੇ ਉੱਬਲ ਜਿਵੇਂ ਉਬਾਲਾ ਆ ਰਿਹਾ ਸੀਗਾ। ਤਾਂ ਮੈਨੂੰ ਉਦੋਂ ਮਹਿਸੂਸ ਹੋਇਆ ਜਦੋਂ ਮੈਂ ਇਹਨਾਂ ਦੇ ਉਹ ਸ਼ਬਦ ਪੜ੍ਹੇ ਅਤੇ ਜਦੋਂ ਦੇਖਿਆ ਕਿ ਵਾਕਈ ਇਹ ਆਪਣੀ ਬੇਟੀ ਨੂੰ ਕਿੰਨਾ ਪਿਆਰ ਕਰਦੇ ਸੀ ਅਤੇ ਉਹਦੀ ਕਿੰਨੀ ਘਾਟ ਮਹਿਸੂਸ ਹੋ ਰਹੀ ਹੈ ਪਰਿਵਾਰ ਦੇ ਵਿੱਚ। ਸੋ ਉਹ ਸ਼ਬਦਾਂ ਨੂੰ ਪੜ੍ਹ ਕੇ ਅਤੇ ਜਦੋਂ ਮੈਂ ਆਪਦੇ ਅੰਦਰ ਮਹਿਸੂਸ ਕੀਤਾ ਵੀ ਇੱਕ ਪਿਤਾ ਦੇ ਅੰਦਰ ਕਿੰਨਾ ਕਿਸੇ ਬੇਟੀ ਲਈ ਕਿੰਨਾ ਪਿਆਰ ਤੀਬਰਤਾ ਨਾਲ ਉਪਮ ਰਿਹਾ ਹੈਗਾ। ਸੋ ਮੈਨੂੰ ਆਪਣੇ ਆਪ ਨੂੰ ਲੱਗਿਆ ਕਿ ਇਹ ਜਿਹੜਾ ਪ੍ਰੋਜੈਕਟ ਇਹ ਸਾਡੇ ਲੋਕਾਂ 'ਚ ਹੋਣਾ ਚਾਹੀਦਾ, ਕਿ ਸਾਡੀਆਂ ਜਿਹੜੀਆਂ ਧੀਆਂ ਨੇ ਉਹਨਾਂ ਦਾ ਸਾਨੂੰ ਸਤਿਕਾਰ ਇਸ ਤਰ੍ਹਾਂ ਕਰਨਾ ਚਾਹੀਦਾ। ਅਤੇ ਇਹ ਇੱਕ ਸੁਨੇਹਾ ਵੀ ਹੈ ਸਮਾਜ ਦੇ ਲਈ ਕਿ ਧੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਉਹਦੀ ਪੜ੍ਹਾਈ ਬਾਰੇ ਸੋਚਣਾ। ਸੋ ਇਹਨਾਂ ਦੇ ਸ਼ਬਦਾਂ ਨੂੰ ਫਿਰ ਮੈਂ ਉਹਨੂੰ ਇੱਕ ਗੀਤ ਦਾ ਰੂਪ ਦਿੱਤਾ ਅਤੇ ਮੈਨੂੰ ਖੁਸ਼ੀ ਹੋਈ ਕਿ ਅਸੀਂ ਇੱਕ ਵਧੀਆ ਪ੍ਰੋਜੈਕਟ ਲੈ ਕੇ ਆਏ। ਇੱਕ ਜਦੋਂ ਦੁੱਖ ਹੁੰਦਾ ਹੈ, ਬੱਚਾ ਛੋਟੀ ਉਮਰ ਦੇ ਵਿੱਚ ਛੱਡ ਕੇ ਚਲਿਆ ਜਾਂਦਾ ਹੈ, ਜਿਵੇਂ ਤੁਹਾਡੀ ਬੱਚੀ ਚਲੀ ਗਈ, ਪੜ੍ਹਨ ਦੇ ਵਿੱਚ ਦਿਲ ਹੌਲਾ ਨਾ ਕਰੋ, ਪੜ੍ਹਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਨ ਭਾਵੁਕ ਹੋ ਜਾਂਦਾ ਹੈ, ਹੋਵੇ ਵੀ ਕਿਉਂ ਨਾ। ਜਦੋਂ 14 ਸਾਲ ਦੀ ਛੋਟੀ ਉਮਰ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਮਾਂ ਪਿਓ ਨੇ ਬਹੁਤ ਜ਼ਿਆਦਾ ਸੁਪਨੇ ਸਜਾਏ ਹੁੰਦੇ ਨੇ ਪੜ੍ਹਾਉਣ ਨੂੰ ਲੈ ਕੇ ਜਾਂ ਵਿਆਹੁਣ ਨੂੰ ਲੈ ਕੇ ਜਾਂ ਕੋਈ ਕੈਰੀਅਰ ਬਣਾਉਣ ਨੂੰ ਲੈ ਕੇ, ਬਹੁਤ ਸੁਪਨੇ ਸਜਾਏ ਹੁੰਦੇ ਨੇ, ਪਰ ਉਹ ਸੁਪਨੇ ਉਦੋਂ ਧਰੇ ਦੇ ਧਰਾਏ ਰਹਿ ਜਾਂਦੇ ਹਨ ਜਦੋਂ ਉਹ ਬੱਚਾ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਅਤੇ ਇਸ ਦੁਨੀਆ ਦੇ ਉੱਪਰੋਂ ਤੁਰ ਜਾਂਦਾ ਹੈ। ਰੋਵੋ ਨਾ, ਕਿਉਂਕਿ ਇਹ ਦੇਖੋ ਮਨ ਜ਼ਰੂਰ ਭਰ ਆਉਂਦਾ ਹੈ, ਕਿਉਂਕਿ ਪਿਤਾ ਨੇ ਤਾਂ ਆਪਦਾ ਗੁਆਰ ਅੰਦਰੋਂ ਕੱਢ ਦਿੱਤਾ ਹੈ, ਕਿਉਂਕਿ ਜੋ ਇਹਨਾਂ ਨੇ ਗੁਆਰ ਕੱਢਿਆ ਹੈ ਉਹ ਇੱਕ ਗੀਤ ਦੇ ਤੌਰ ਦੇ ਵਿੱਚ ਹੁਣ ਰਹਿੰਦੀ ਦੁਨੀਆ ਤੱਕ ਰਹੇਗਾ। ਜਦੋਂ ਵੀ ਉਹ ਇਸ ਗੀਤ ਨੂੰ ਸੁਣਨਗੇ ਕਿਤੇ ਨਾ ਕਿਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਸਾਹਮਣੇ ਖੜੀ ਦਿਸਦੀ ਹੋਵੇਗੀ, ਸਾਹਮਣੇ ਖੜੀ ਹੱਸਦੀ ਖੇਡਦੀ ਦਿਸਦੀ ਹੋਵੇਗੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰੀਆ ਕੌਰ, ਜੋ ਤੁਹਾਡੀ ਸਹੇਲੀ ਸੀ ਜੋ ਇਸ ਦੁਨੀਆ 'ਤੇ ਨਹੀਂ ਰਹੀ, ਉਸਦੀ ਸ਼ਰਧਾਂਜਲੀ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਅੱਜ ਇੱਕ ਗੀਤ ਲਿਖਿਆ ਹੈ, ਤੁਸੀਂ ਗੀਤ ਸੁਣਿਆ ਵੀ ਹੈ, ਤੁਸੀਂ ਕੀ ਕਹਿਣਾ ਚਾਹੋਗੇ ਰੀਆ ਕੌਰ ਬਾਰੇ? ਰੀਆ ਕੌਰ ਬਹੁਤ ਇੰਟੈਲੀਜੈਂਟ ਸੀਗੇ, ਉਹ ਹਰ ਸਾਲ ਕਲਾਸ ਵਿੱਚੋਂ ਫਸਟ ਆਉਂਦੀ ਸੀਗੀ ਅਤੇ ਉਹਨੇ ਹੋਰ ਮੈਡਲ ਵੀ ਕਈ ਜਿੱਤੇ ਨੇ, ਹੈ ਨਾ? ਉਹ ਕਾਹਦੇ ਵਿੱਚ ਜਿੱਤੇ ਸੀਗੇ? ਗਿਆਨ ਉਤਸਵ ਵਿੱਚੋਂ ਜਿੱਤੇ ਸੀ, ਮੁਕਾਬਲੇ ਹੋਏ ਸੀ ਸਾਡੇ ਗਿਆਨ ਉਤਸਵ ਦੇ, ਉਸ 'ਚ ਉਹਨੇ 7 ਮੈਡਲ ਜਿੱਤੇ ਸੀ ਇੱਕ ਦਿਨ 'ਚ।
7 ਮੈਡਲ ਇੱਕ ਦਿਨ ਦੇ ਵਿੱਚ ਜਿੱਤੇ ਸੀਗੇ ਜੀ ਰੀਆ ਕੌਰ ਨੇ। ਤੁਸੀਂ ਉੱਪਰ ਇੱਧਰ ਮੈਡਲਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੇ ਇੱਧਰ ਸਾਡੇ ਨਾਲ ਮੌਜੂਦ ਨੇ ਲੜਕੀ ਦੇ ਮਾਮਾ ਜੀ। ਤੇ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਉਹਨਾਂ ਦੇ ਪਿਤਾ ਨੇ ਇੱਕ ਸ਼ਰਧਾਂਜਲੀ ਦੇ ਤੌਰ ਤੇ ਗੀਤ ਲਿਖਿਆ ਹੈ। ਬੱਚੀ ਪੜ੍ਹਨ 'ਚ ਹੁਸ਼ਿਆਰ ਸੀ, ਛੋਟੀ ਉਮਰ ਸੀ, 14 ਸਾਲ ਦੀ ਉਮਰ ਦੇ ਵਿੱਚ ਬਿਮਾਰੀ ਦੇ ਕਾਰਨ ਪਰਿਵਾਰ ਨੂੰ ਛੱਡ ਗਈ। ਕੀ ਕਹਿਣਾ ਚਾਹੋਗੇ ਇਸ ਬਾਰੇ? ਉਹ ਬਹੁਤ ਟੈਲੀਜੈਂਟ ਸੀ ਜੀ, ਸਾਡਾ ਬਹੁਤ ਪਿਆਰ ਕਰਦੀ ਸੀਗੀ, ਮਾਂ ਬਾਪ ਨੂੰ ਬਹੁਤ ਪਿਆਰ ਕਰਦੀ ਸੀ। ਬਸ ਜੀ, ਹੋਰ ਤਾਂ ਤੁਸੀਂ ਦੇਖ ਸਕਦੇ ਹੋ ਵੀ ਜ਼ਿਆਦਾ ਕੁਛ ਗੱਲ ਨਹੀਂ ਹੋ ਸਕਦੀ ਕਿਉਂਕਿ ਮਾਹੌਲ ਹੀ ਇੰਨਾ ਜ਼ਿਆਦਾ ਗਮਗੀਨ ਹੈ। ਇਹ ਲੜਕੀ ਦੇ ਮਾਮਾ ਜੀ ਨੇ ਇਹਨਾਂ ਨੇ ਦੱਸਿਆ ਵੀ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਸੀ। ਬਾਕੀ ਜੋ ਉਸ ਦੀਆਂ ਸਹੇਲੀਆਂ ਖੜੀਆਂ ਨੇ ਇਹਨਾਂ ਨੇ ਵੀ ਦੱਸਿਆ ਵੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਦੇਖ ਸਕਦੇ ਹੋ ਤੁਸੀਂ, ਆਂਢ ਗੁਆਂਢ ਦੇ ਵੀ ਸਾਰੇ ਇੱਥੇ ਖੜੇ ਨੇ। ਅੱਜ ਤੁਸੀਂ ਗੀਤ ਰਿਲੀਜ਼ ਕਰਨ ਲੱਗੇ ਹੋ ਜੀ, ਹੋਰ ਜੋ ਤੁਹਾਨੂੰ ਦਰਸ਼ਕ ਦੇਖ ਰਹੇ ਨੇ ਇਸ ਟਾਈਮ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਰੱਬ ਨਾ ਕਰੇ ਕਿਸੇ ਨਾਲ ਇਹ ਭਾਣਾ ਵਰਤੇ, ਤੁਸੀਂ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ? ਮੈਂ ਸਰ ਇਹੀ ਸੁਨੇਹਾ ਲਾਉਣਾ ਚਾਹੁੰਦਾ ਵੀ ਜੋ ਇਹ ਗੀਤ ਦਾ ਮੈਟਰ 5 ਬੋਲ ਟੱਪੇ ਬਣੇ ਨੇ, ਉਹ ਕਿ ਮੈਂ ਕਹਿੰਦਾ ਵੀ ਮੇਰੀ ਇਕੱਲੀ ਰੀਆ ਦੇ ਨਹੀਂ ਹੈਗੇ। ਉਹ ਆਮ ਹਰ ਇੱਕ ਦੁੱਖ ਸੁੱਖ ਦੇ ਕਿਸੇ ਬਰਾਦਰੀ ਜਾਂ ਕਿਸੇ ਵੀ ਸਟੇਟ ਵਿੱਚ ਕਹਿ ਲਓ ਵੀ ਇੱਕ ਨਦੀ ਕਹਾਣੀ ਹਰ ਇੱਕ ਘਰ ਦੇ ਵਿੱਚ ਹੈਗੀ ਆ ਇਹ, ਠੀਕ ਹੈ ਨਾ ਜੀ। ਪਰ ਵੀ ਮੈਂ ਇਹ ਵੀਰ ਜੀ ਕਰਨਵੀਰ ਜੀ ਪਹਿਲਾਂ ਦੱਸ ਚੁੱਕੇ ਨੇ ਵੀ ਜਿਵੇਂ ਉਹਨੇ ਇੱਕ ਲਫ਼ਜ਼ ਬੋਲਿਆ ਸੀਗਾ, ਉਹ ਬਣੇ 8ਵੀਂ 'ਚ ਉਹ ਫਸਟ ਹੋ ਕੇ ਲੌਂਗੋਵਾਲਾ ਸਕੂਲ 'ਚ ਚਲੀ ਗਏ ਨਵੋਦਿਆਂ 'ਚ। ਤਾਂ 9ਵੀਂ ਪੜ੍ਹ ਕੇ ਜਦੋਂ ਉਹ 10ਵੀਂ ਵਿੱਚ ਗਈ ਤਾਂ ਉਹਨੂੰ ਮਤਲਬ ਕਿ ਵੀ ਇੱਕ ਸਾਨੂੰ ਮੈਸੇਜ ਮਿਲਿਆ ਸਕੂਲ ਦੇ ਵਿੱਚੋਂ ਵੀ ਕਿਤਾਬਾਂ ਲੈ ਕੇ ਜਾਓ। ਤਾਂ ਉਹਨੂੰ ਟਰੈਕ ਸੂਟ ਮਿਲਿਆ, ਕਿਤਾਬਾਂ ਮਿਲੀਆਂ, ਹੋਰ ਬਹੁਤ ਜੋ ਸਮਾਨ ਮਿਲਦਾ ਬੱਚੇ ਵਾਲਾ ਮਿਲਿਆ ਜੀ। ਤਾਂ ਮੈਂ ਸ਼ਾਮ ਨੂੰ ਜਦੋਂ ਘਰੋਂ ਆਇਆ ਤਾਂ ਉਹ 'ਚ ਇੱਕ ਬੱਚੇ 'ਚ ਕੁਆਲਿਟੀ ਸੀ। ਉਹ ਕੁਆਲਿਟੀ ਕੀ ਸੀ ਉਹ ਸਾਨੂੰ ਮੈਂ ਦੱਸਦਾ ਕਿ ਆਮ ਬੰਦਾ ਕਹਿ ਲੈ ਜਾਂ ਬਾਪ ਕਹਿ ਲਓ ਵੀ ਮਤਲਬ ਕਿ ਉਹਨੂੰ ਸਮਝ ਸਕਦਾ, ਹਰ ਇੱਕ ਵੀ ਨਹੀਂ ਸਮਝ ਸਕਦਾ। ਕਿਸੇ ਜੋਹਰੀ ਜਿਵੇਂ ਕਹਿੰਦੇ ਆਮ ਵੀ ਹੀਰੇ ਦੀ ਪਛਾਣ ਜੋਹਰੀ ਕਰ ਸਕਦਾ, ਆਮ ਸੁਨਾਰ ਤੋਂ ਨਹੀਂ ਹੁੰਦੀ, ਠੀਕ ਹੈ ਨਾ ਜੀ। ਮੇਰੇ ਲਵੇ ਰਹਿਣ ਕਰਕੇ ਉਹ ਥੋੜ੍ਹਾ ਜਿਹਾ ਮੇਰੇ ਨਾਲ ਵੱਧ ਲਗਾ ਰੱਖਦੀ ਸੀ। ਤੇ ਉਹਨੇ ਮੈਨੂੰ ਕਿਹਾ ਪਾਪਾ, ਜਦੋਂ ਮੈਂ ਉਹਨੂੰ ਸਾਰਾ ਕੁਝ ਦਿਖਾਇਆ, ਜਦੋਂ ਮੈਨੂੰ ਟਾਈ ਕੋਟ ਬਾਅਦ 'ਚ ਦਿਖਾਇਆ, ਕਹਿੰਦੀ ਪਾਪਾ ਇੱਕ ਚੀਜ਼ ਹੋਰ ਆ ਮੇਰੇ ਲਈ। ਮਾਂ ਵੀ ਕੀ ਐਸਾ? ਕਹਿੰਦੀ ਆ ਕੋਟ ਦੇਖੋ। ਮੈਂ ਕਿਹਾ ਠੀਕ ਆ। ਮੈਨੂੰ ਬਸ ਆਮ ਕਹਿੰਦਾ ਮਾਂ ਠੀਕ ਹੈ ਕੋਟ ਵਧੀਆ। ਕਹਿੰਦੀ ਪਾਪਾ ਜੀ ਇੱਦਾਂ ਕੋਟ ਵਧੀਆ ਨਹੀਂ ਹੈਗਾ। ਮੈਂ ਕਿਹਾ ਅੱਛਾ। ਕਹਿੰਦੀ ਅੱਜ ਇਹ ਤੁਹਾਡੇ ਬਾਅਦ ਇੱਕ 2.5 ਮੀਟਰ ਕੱਪੜਾ। ਮੈਂ ਕਿਹਾ ਅੱਛਾ। ਮੈਨੂੰ ਪਤਾ ਵੀ ਇਹ ਮੈਂ ਕਿਹੜੇ ਸਕੂਲ 'ਚ ਸਿਲੈਕਟ ਹੋ ਕੇ ਕਿਵੇਂ ਲੈ ਕੇ ਆਈ ਹਾਂ। ਮੈਨੂੰ ਛੋਟੇ ਪਰਿਵਾਰ 'ਚ ਮੈਨੂੰ ਮਾਣ ਆ। ਕਹਿੰਦੀ ਫਿਰ ਜਦੋਂ ਦੱਸਿਆ, ਕਹਿੰਦੀ ਹੁਣ ਮੈਨੂੰ ਐਂ ਲੱਗਦਾ ਵੀ ਜੇ ਕੰਮ ਤੇਤੋਂ ਨਹੀਂ ਹੋਇਆ ਤੂੰ 5ਵੀਂ ਪਾਸ ਨਹੀਂ ਹੋਈ ਸੀ। ਮੈਂ 5ਵੀਂ ਪਾਸ ਨਹੀਂ ਹੈਗਾ ਜੀ। ਵੀ ਅੱਜ ਮੈਨੂੰ ਐਂ ਲੱਗਦਾ ਵੀ ਮੇਰੇ ਪਾਪਾ ਮੇਰੇ ਬਰਾਬਰ ਹੀ ਖੜ੍ਹ ਕੇ ਪੜ੍ਹ ਰਹੇ ਨੇ। ਇਹੋ ਜਿਹੀ ਤੁੱਕਾਂ ਮੈਨੂੰ ਦੱਸਦੀ ਸੀ ਉਹ, ਮਤਲਬ ਕਿ ਜਾਣੀ ਕਿ ਵੀ ਵੱਧ ਚੜ੍ਹ ਕੇ ਕੋਈ ਐਸੀ ਉਹ ਗੱਲ ਨਹੀਂ। ਅਤੇ ਸਾਨੂੰ ਮਤਲਬ ਕਿ ਐਂ ਲੱਗਦਾ ਮੇਰੇ ਇੱਕ ਅੰਗ ਘਟ ਗਿਆ। ਉਹਨੇ ਜਦੋਂ ਵੀ ਕੋਈ ਗੱਲ ਹੋਣੀ, ਪਾਪਾ ਮੈਨੂੰ ਕੋਈ ਸੂਟ ਜਾਂ ਮੈਨੂੰ ਕੋਈ ਸਕੂਟਰੀ ਵਗੈਰਾ ਕੁਛ ਵੀ, ਮੈਨੂੰ ਕੁਛ ਨਹੀਂ ਚਾਹੀਦਾ, ਸਿਰਫ ਮੈਨੂੰ ਕਿਤਾਬਾਂ ਅਤੇ ਵਰਦੀ ਸਕੂਲ ਦੀ ਚਾਹੀਦੀ ਹੈ। ਇਹ ਸੀ ਜਾਣੀ ਕਿ ਵੀ ਉਹਨੇ ਇੱਕ ਸਾਨੂੰ ਅਫਸਰ ਬਣਨ ਵਾਲਾ ਮੌਕਾ ਦਿਖਾਇਆ ਸੀ। ਅਸੀਂ ਵੀ ਇਹ ਸੋਚਦੇ ਵੀ ਚਾਹੇ ਸਾਨੂੰ ਦਿਹਾੜੀ ਕਰਨੀ ਪੈ ਜਾਵੇ ਵੀ ਇੱਕ ਵਾਰ ਅਫਸਰ ਜ਼ਰੂਰ ਬਣਾਵਾਂਗੇ। ਛੋਟਾ ਮੋਟਾ ਜੋ ਵੀ ਆ, ਜਾਣੀ ਕਿ ਵੀ ਪਰਿਵਾਰ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ। ਬਸ ਇੱਥੇ ਆ ਕੇ ਇਹ ਹੋ ਜੀ ਮੇਰਾ ਮਨ ਟੁੱਟ ਗਿਆ ਜੀ ਬਸ ਜ਼ਿੰਦਗੀ ਦੇ ਵਿੱਚ। ਜਿਵੇਂ ਤੁਸੀਂ ਦੇਖਿਆ ਵੀ ਕਿਤੇ ਨਾ ਕਿਤੇ ਬੱਚੀ ਦੇ ਮਨ ਵਿੱਚ ਇਹ ਸੀਗਾ ਵੀ ਵੱਡੀ ਹੋ ਕੇ ਪੜ੍ਹ ਲਿਖ ਕੇ ਵਧੀਆ ਪੜ੍ਹ ਕੇ ਇੱਕ ਵਧੀਆ ਸਰਕਾਰੀ ਅਫਸਰ ਬਣਾਂਗੀ ਅਤੇ ਆਪਦੇ ਮਾਂ ਪਿਓ ਦੀਆਂ ਜੋ ਖੁਆਇਸ਼ਾਂ ਦੱਬੀਆਂ ਰਹਿ ਗਈਆਂ ਨੇ ਕਿਤੇ ਨਾ ਕਿਤੇ ਵੀ ਉਹ ਪੂਰੀਆਂ ਕਰਾਂਗੀ। ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਸਾਡੀ ਵੀ ਤੁਹਾਡੇ ਸਾਰਿਆਂ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਹੈ, ਇੱਕ ਪਿਤਾ ਵੱਲੋਂ ਦਿੱਤੀ ਹੋਈ ਸ਼ਰਧਾਂਜਲੀ ਆਪਦੀ ਬੇਟੀ ਨੂੰ ਜ਼ਰੂਰ ਦੇਖਿਓ। ਅਸੀਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ। ਇੱਕ ਵਾਰ ਗੀਤ ਜ਼ਰੂਰ ਸੁਣ ਕੇ ਦੇਖਿਓ ਕਿਉਂਕਿ ਅਸੀਂ ਤਾਂ ਗੀਤ ਸੁਣ ਲਿਆ ਹੈ। ਗੀਤ ਸੱਚਿਓ ਹੀ ਰੌਂਗਟੇ ਖੜੇ ਕਰ ਦੇਣ ਵਾਲਾ ਹੈ। ਇਸ ਨੂੰ ਆਪਾਂ ਇੱਕ ਗੀਤ ਨਹੀਂ ਕਹਾਂਗੇ, ਇਸ ਨੂੰ ਆਪਾਂ ਇੱਕ ਬੰਦੇ ਦੀ ਜੀਵਨੀ ਕਹਾਂਗੇ ਜੋ ਇਸ ਟਾਈਮ ਇਹਨਾਂ ਨਾਲ ਬੀਤ ਰਹੀ ਹੈ, ਜਾਂ ਇਹਨਾਂ ਨੇ ਜੋ ਆਪਦੀ ਬੇਟੀ ਨੂੰ ਲੈ ਕੇ ਜੋ ਸੁਪਨੇ ਸਜੋਏ ਸੀ, ਜੋ ਇਹਨਾਂ ਦੇ ਮਨ ਵਿੱਚ ਗੁਆਰ ਸੀ, ਇਹਨਾਂ ਨੇ ਸਾਰਾ ਉਹ ਗੀਤ ਰਾਹੀਂ ਬਾਹਰ ਕੱਢਿਆ ਹੈ। ਤੁਸੀਂ ਇੱਕ ਵਾਰ ਉਸ ਨੂੰ ਜ਼ਰੂਰ ਸੁਣ ਕੇ ਦੇਖਿਓ। ਅੱਜ ਉਸ ਦੀ ਰਿਲੀਜ਼ਿੰਗ ਡੇਟ ਸੀ ਜੀ 9 ਅਕਤੂਬਰ। ਅੱਜ ਇਹ ਗੀਤ ਰਿਲੀਜ਼ ਕੀਤਾ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਪੁੱਤਰੀ ਕਿਉਂ ਪਾਇਆ ਵਿਛੋੜਾ ਇਹ ਗੀਤ ਹੈ ਜੀ। ਇਹ ਗੀਤ ਗਾਇਆ ਹੈ ਜੀ ਕਰਨਵੀਰ ਲੱਡਾ ਨੇ ਜੋ ਸਾਡੇ ਨਾਲ ਮੌਜੂਦ ਨੇ ਇੱਧਰ। ਇਹ ਸਿੰਗਰ ਨੇ ਜੀ, ਇਹਨਾਂ ਨੇ ਇਹ ਗੀਤ ਗਾਇਆ ਹੈ। ਅਤੇ ਗੀਤ ਦੇ ਰਚੇਤਾ ਨੇ ਜੋ ਲੜਕੀ ਦੇ ਪਿਤਾ ਨੇ ਰੀਆ ਕੌਰ ਦੇ। ਅਤੇ ਇਹ ਗੀਤ ਜੀ ਰੀਆ ਕੌਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਬਹੁਤ ਹੀ ਸੋਹਣੇ ਸ਼ਬਦ ਪਰੋਏ ਗਏ ਨੇ ਇਸ ਦੇ ਵਿੱਚ। ਸਾਰਾ ਮਨ ਦਾ ਦੁੱਖ ਇਸ ਦੇ ਵਿੱਚ ਵਾੜ ਦਿੱਤਾ ਗਿਆ ਹੈ ਗੀਤ ਦੇ ਵਿੱਚ, ਜੋ ਇੱਕ ਪਿਤਾ ਦੇ ਮਨ ਦੇ ਵਿੱਚ ਗੁਬਾਰ ਹੁੰਦਾ ਹੈ। ਕਿਉਂਕਿ ਗੁਬਾਰ ਕਿਸੇ ਦੇ ਸਾਹਮਣੇ ਨਹੀਂ ਨਿਕਲਦਾ। ਜੇ ਆਪਾਂ ਕਿਸੇ ਦੇ ਸਾਹਮਣੇ ਰੋਵਾਂਗੇ ਵੀ ਤਾਂ ਅਗਲਾ ਕਿਤੇ ਨਾ ਕਿਤੇ ਤਾਂ ਇਹ ਕਹਿ ਹੀ ਦਿੰਦਾ ਹੈ ਵੀ ਯਾਰ ਬਸ ਕਰ, ਹੁਣ ਕਿਉਂ ਰੋਈ ਜਾਂਦਾ ਹੈ। ਪਰ ਜੋ ਉਸ ਟਾਈਮ ਪਰਿਵਾਰ 'ਤੇ ਬੀਤਦੀ ਉਹ ਪਰਿਵਾਰ ਹੀ ਜਾਣਦਾ ਹੈ। ਅੱਜ ਪਿਤਾ ਨੂੰ ਹੀ ਪਤਾ ਹੈ ਉਹਨਾਂ 'ਤੇ ਕੀ ਬੀਤਦੀ ਹੈ। ਮਾਤਾ ਅਸੀਂ ਤੁਹਾਨੂੰ ਉਹਨਾਂ ਦੀ ਦਿਖਾ ਦਿੱਤੀ, ਉਹ ਬੋਲਣ ਦੀ ਹਾਲਤ ਦੇ ਵਿੱਚ ਬਿਲਕੁਲ ਵੀ ਨਹੀਂ ਹਨ, ਉਹਨਾਂ ਤੋਂ ਬਿਲਕੁਲ ਨਹੀਂ ਬੋਲਿਆ ਜਾਂਦਾ ਅਤੇ ਉਹ ਰੋ ਰਹੇ ਨੇ। ਰੋਣ ਵੀ ਕਿਉਂ ਨਾ, ਕਿਉਂਕਿ ਜੋ ਇਹ ਗੀਤ ਹੈ ਤੁਸੀਂ ਦੇਖ ਸਕਦੇ ਹੋ, ਇਹ ਇੱਕ ਤਰ੍ਹਾਂ ਉਹਨਾਂ ਦੀ ਪੁੱਤਰੀ ਨੂੰ ਲਿਆ ਕੇ, ਰੀਆ ਕੌਰ ਨੂੰ ਲਿਆ ਕੇ ਮੂਹਰੇ ਖੜਾ ਕਰ ਦਿੱਤਾ ਹੈ ਕਰਨਵੀਰ ਸਿੰਘ ਜੀ ਨੇ, ਜਿਨ੍ਹਾਂ ਨੇ ਇਹ ਗੀਤ ਗਾਇਆ ਹੈ। ਤੁਸੀਂ ਉਹ ਗੀਤ ਜ਼ਰੂਰ ਸੁਣ ਕੇ ਦੇਖਿਓ। ਇਹਨਾਂ ਦਾ ਗੀਤ ਅੱਜ ਰਿਲੀਜ਼ ਹੋ ਗਿਆ ਜੀ। ਇਸ ਦਾ ਲਿੰਕ ਅਸੀਂ ਤੁਹਾਨੂੰ ਨੀਚੇ
ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ, ਉੱਥੋਂ ਜਾ ਕੇ ਤੁਸੀਂ ਇਹ ਗੀਤ ਸੁਣ ਸਕਦੇ ਹੋ। ਸਾਂਝੀ ਆਵਾਜ਼ ਦੇ ਲਈ ਮੈਂ ਵਰਿੰਦਰ ਭੁੱਲਰ, ਸਹਿਯੋਗੀ ਰਾਜ ਲੱਡਾ ਦੇ ਨਾਲ।